ਸਾਹਿਬ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਜੋ ਵਿਚਾਰ ਪ੍ਰਾਰੰਭ ਹੈ। ਆਪਾਂ 7 ਅਸ਼ਟਪਦੀਆਂ ਦੇ ਵਿਚਾਰ ਕੀਤੇ ਸੀ। ਅੱਜ ਆਪਾਂ 8ਵੀਂ ਅਸ਼ਟਪਦੀ ਦੀ ਵਿਚਾਰ ਕਰਨੀ ਹੈ। ਇਸ ਅਸ਼ਟਪਦੀ ਵਿੱਚ ਸਤਿਗੁਰੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ, ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਉਹ ਸਾਡੇ ਸਾਹਮਣੇ ਰੱਖੀ ਹੈ ਵੀ ਅਕਾਲ ਪੁਰਖ ਨੂੰ ਜਾਣਨ ਵਾਲਾ, ਬ੍ਰਹਮ ਦਾ ਗਿਆਨ ਰੱਖਣ ਵਾਲਾ ਬ੍ਰਹਮ ਗਿਆਨੀ ਕਿਹੋ ਜਿਹਾ ਹੁੰਦਾ, ਉਹਦੇ ਚ ਕਿਹੜੇ ਗੁਣ ਹੁੰਦੇ ਨੇ, ਉਹਨਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਜਾਣੂ ਕਰਵਾਇਆ ਹੈ, ਬਖਸ਼ਿਸ਼ ਕੀਤੀ ਹੈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ। ਭਾਵ ਜਿਸ ਮਨੁੱਖ ਦੇ ਮਨ ਵਿੱਚ ਸਦਾ ਸਥਿਰ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਹਰ ਵਕਤ ਵਸਦਾ ਹੈ, ਜੋ ਆਪਣੀ ਰਸਨਾ ਤੋਂ, ਆਪਣੇ ਮੂੰਹ ਤੋਂ ਹਰ ਵਕਤ ਉਸ ਬੇਅੰਤ ਪ੍ਰਭੂ ਦੇ ਗੁਣ ਗਾਉਂਦਾ ਹੈ, ਸਿਫਤ ਸਲਾਹ ਕਰਦਾ ਹੈ। ਅਵਰ ਨ ਪੇਖੈ ਏਕਸ ਬਿਨ ਕੋਏ, ਤੇ ਜਿਹੜਾ ਮਨੁੱਖ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਵੇਖਦਾ। ਕਹਿਣ ਤੋਂ ਭਾਵ ਕੇਵਲ ਤਾਂ ਕੇਵਲ ਵਾਹਿਗੁਰੂ ਦੇ ਸਹਾਰੇ, ਵਾਹਿਗੁਰੂ ਦੇ ਆਸਰੇ ਜੀਵਨ ਬਤੀਤ ਕਰਦਾ ਹੈ, ਤੇ ਵਾਹਿਗੁਰੂ ਤੋਂ ਬਗੈਰ ਕਿਸੇ ਹੋਰ ਦਾ ਮਨ ਉਹਦੇ ਖਿਆਲ ਵਿੱਚ ਨਹੀਂ ਆਉਂਦਾ। ਗੱਲ ਸਮਝਿਓ, ਮਨ ਸਾਚਾ ਮੁਖ ਸਾਚਾ ਸੋਏ। ਜਿਸ ਮਨੁੱਖ ਦੇ ਮਨ ਵਿੱਚ ਸਦਾ ਸਥਿਰ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ, ਜੋ ਆਪਣੀ ਰਸਨਾ, ਆਪਣੇ ਮੂੰਹ ਤੋਂ ਹਰ ਵਕਤ ਪਰਿਪੂਰਨ ਪਰਮਾਤਮਾ ਦੇ ਗੁਣ ਗਾਉਂਦਾ ਹੈ, ਭਾਵ ਨਾਮ ਜਪਦਾ ਹੈ, ਤੇ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਤੇ ਵੀ ਕਿਸੇ ਹੋਰ ਨੂੰ ਨਹੀਂ ਵੇਖਦਾ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਲੱਛਣ, ਇਹਨਾਂ ਲੱਛਣਾਂ ਦੇ ਕਾਰਨ, ਇਹਨਾਂ ਗੁਣਾਂ ਦੇ ਕਾਰਨ ਬ੍ਰਹਮ ਗਿਆਨੀ ਤੋਂ ਭਾਵ ਹੈ ਅਕਾਲ ਪੁਰਖ ਦੇ ਗਿਆਨ ਵਾਲਾ, ਜਿਸ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ। ਹੁਣ ਗੁਰੂ ਸਾਹਿਬ ਆਖਦੇ ਨੇ, ਹੇ ਨਾਨਕ, ਉਹ ਮਨੁੱਖ ਇਹਨਾਂ ਗੁਣਾਂ ਦੇ ਕਾਰਨ ਬ੍ਰਹਮ ਗਿਆਨੀ ਹੋ ਜਾਂਦਾ ਹੈ, ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਹੁਣ ਸਤਿਗੁਰੂ ਜੀ ਨੇ ਨਿਸ਼ਾਨੀਆਂ ਦਸੀਆਂ ਨੇ ਕਿ ਬ੍ਰਹਮ ਗਿਆਨੀ ਦਾ ਜੋ ਜੀਵਨ ਹੈ, ਜੀਵਨ ਕੈਸਾ ਹੁੰਦਾ ਹੈ, ਉਹਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਨੇ। ਸਤਿਗੁਰੂ ਜੀ ਨੇ ਉਹਨਾਂ ਗੁਣਾਂ ਤੋਂ ਸਾਨੂੰ ਜਾਣੂ ਕਰਵਾਇਆ ਹੈ, ਕਿਰਪਾ ਕੀਤੀ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਨਿਰਲੇਪ ਤੋਂ ਭਾਵ ਹੈ ਬੇਦਾਗ। ਬ੍ਰਹਮ ਗਿਆਨੀ ਮਨੁੱਖ ਵਿਕਾਰਾਂ ਤੋਂ ਸਦਾ ਬੇਦਾਗ ਰਹਿੰਦੇ ਹਨ। ਵਿਕਾਰ ਉਹਨਾਂ ਤੇ ਹਾਵੀ ਨਹੀਂ ਹੁੰਦੇ, ਵਿਕਾਰ ਉਹਨਾਂ ਦੇ ਕਾਬੂ ਵਿੱਚ ਰਹਿੰਦੇ ਨੇ। ਜੈਸੇ ਜਲ ਮੈਂ ਕਮਲ ਅਲੇਪ, ਅਲੇਪ ਤੋਂ ਭਾਵ ਹੈ ਚਿੱਕੜ ਤੋਂ ਸਾਫ਼। ਜਿਵੇਂ ਪਾਣੀ ਵਿੱਚ ਉੱਗੇ ਹੋਏ ਕੌਲ ਫੁੱਲ ਚਿੱਕੜ ਤੋਂ ਸਾਫ਼ ਰਹਿੰਦੇ ਨੇ। ਕਮਲ ਦਾ ਫੁੱਲ ਖਿੜਦਾ ਚਿੱਕੜ ਵਿੱਚ ਹੈ, ਪਰ ਜੜਾਂ ਉਹਦੀਆਂ ਚਿੱਕੜ ਵਿੱਚ ਨੇ, ਪਰ ਫੁੱਲ ਜਿਹੜਾ ਹੈ ਉਹ ਚਿੱਕੜ ਤੋਂ ਪੁਤਾਂ ਹੋ ਕੇ ਖਿੜਦਾ ਹੈ। ਚਿੱਕੜ ਦਾ ਜੋ ਪ੍ਰਭਾਵ ਹੈ ਉਹ ਕਮਲ ਦੇ ਫੁੱਲ ਤੇ ਨਹੀਂ ਪੈਂਦਾ। ਜੜਾਂ ਭਾਵੇਂ ਚਿੱਕੜ ਵਿੱਚ ਹਨ, ਪਰ ਫੁੱਲ ਚਿੱਕੜ ਤੋਂ ਨਿਰਲੇਪ ਹੈ। ਇਸ ਤਰ੍ਹਾਂ ਹੀ ਗੁਰੂ ਸਾਹਿਬ ਆਖਦੇ, ਜਿਹੜਾ ਬ੍ਰਹਮ ਗਿਆਨੀ ਹੈ ਉਹ ਸੰਸਾਰਕ ਮੋਹ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਅੱਗੇ ਕਿਰਪਾ ਕੀਤੀ ਹੈ, ਬ੍ਰਹਮ ਗਿਆਨੀ ਸਦਾ ਨਿਰਦੋਖ। ਨਿਰਦੋਖ ਤੋਂ ਭਾਵ ਹੈ ਦੋਖ ਰਹਿਤ, ਪਾਪਾਂ ਤੋਂ ਜੋ ਬਰੀ ਹੋਵੇ। ਬ੍ਰਹਮ ਗਿਆਨੀ ਮਨੁੱਖ ਸਾਰੇ ਪਾਪਾਂ ਨੂੰ ਸਾੜ ਦਿੰਦੇ ਹਨ, ਭਾਵ ਪਾਪਾਂ ਤੋਂ ਬਚੇ ਰਹਿੰਦੇ ਨੇ। ਰੱਬ ਨੂੰ ਜਾਣਨ ਵਾਲਾ ਮਨੁੱਖ ਸਦਾ ਬੇਦਾਗ ਹੈ, ਕਿਉਂਕਿ ਉਹਨੂੰ ਸਮਝ, ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਵੀ ਇਹ ਕੰਮ ਮੈਂ ਕਰਨਾ ਜਾਂ ਨਹੀਂ ਕਰਨਾ, ਪਾਪ ਵਾਲਾ ਕੰਮ ਕਿਹੜਾ ਤੇ ਪੁੰਨ ਕੀ ਹੈ। ਉਹ ਪਾਪ ਪੁੰਨ ਨੂੰ ਵਿਚਾਰ ਲੈਂਦਾ, ਉਹਨੂੰ ਸੋਝੀ ਮਿਲ ਜਾਂਦੀ ਹੈ ਨਾਮ ਜਪ ਕੇ ਪਾਪ ਤੇ ਪੁੰਨ ਹੈ ਕੀ ਹੈ। ਪਾਪਾਂ ਤੋਂ ਬਚਿਆ ਰਹਿੰਦਾ ਹੈ, ਐਸਾ ਕੰਮ ਹੀ ਨਹੀਂ ਕਰਦਾ ਜਿਹਦੇ ਕਾਰਨ ਪਾਪੀ ਅਖਵਾਉਣਾ ਪਵੇ। ਜੈਸੇ ਸੂਰ ਸਰਬ ਕੋ ਸੋਖ,
ਹੁਣ ਗੁਰੂ ਸਾਹਿਬ ਜਿਵੇਂ ਸੂਰਜ ਸਾਰੇ ਰਸਾਂ ਨੂੰ ਸੁਕਾ ਦਿੰਦਾ ਹੈ, ਇਸ ਤਰ੍ਹਾਂ ਬ੍ਰਹਮ ਗਿਆਨੀ ਸਾਰੇ ਪਾਪਾਂ ਨੂੰ ਸਾੜ ਦਿੰਦਾ ਹੈ, ਭਾਵ ਪਾਪਾਂ ਤੋਂ ਰਹਿਤ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਹੁਣ ਗੁਰੂ ਸਾਹਿਬ ਆਖਦੇ ਨੇ ਬ੍ਰਹਮ ਗਿਆਨੀ ਜਿਹੜੀ ਦ੍ਰਿਸ਼ਟੀ ਹੈ ਉਹਦੇ ਵਿੱਚ ਵੀ ਬਦਲਾਅ ਹੁੰਦਾ ਹੈ। ਬ੍ਰਹਮ ਗਿਆਨੀ ਦੇ ਅੰਦਰ ਸਭ ਵੱਲ ਇੱਕੋ ਜਿਹੀ ਨਜ਼ਰ ਨਾਲ ਵੇਖਣ ਦਾ ਸੁਭਾਅ ਹੁੰਦਾ ਹੈ, ਭਾਵ ਅਮੀਰ ਹੋਵੇ ਗਰੀਬ ਹੋਵੇ ਉਹ ਇੱਕੋ ਨਜ਼ਰ ਦੇ ਨਾਲ ਸਾਰਿਆਂ ਨੂੰ ਵੇਖਦਾ ਹੈ, ਕਿਉਂਕਿ ਸਾਰਿਆਂ ਦੇ ਅੰਦਰ ਨੂੰ ਵਾਹਿਗੁਰੂ ਪਰਿਪੂਰਨ ਪਰਮਾਤਮਾ ਦਾ ਰੂਪ ਨਜ਼ਰ ਆਉਂਦਾ ਹੈ। ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਉਹਦਾ ਜਿਹੜਾ ਜੀਵਨ ਹੈ ਗੁਰੂ ਸਾਹਿਬ ਆਖਦੇ ਨੇ ਉਸ ਹਵਾ ਵਰਗਾ ਹੈ, ਰੰਗ ਤੋਂ ਭਾਵ ਹੈ ਕੰਗਾਲ। ਵੀ ਜਿਹੜੀ ਹਵਾ ਜਦੋਂ ਚਲਦੀ ਹੈ ਉਹ ਰਾਜੇ ਨੂੰ ਵੀ ਲੱਗਦੀ ਹੈ, ਜੋ ਰਾਜ ਭਾਗ ਦਾ ਮਾਲਕ ਹੈ, ਤੇ ਰਾਜ ਭਾਗ ਵਿੱਚ ਰਹਿਣ ਵਾਲਾ ਅਤ ਦਾ ਗਰੀਬ ਕੰਗਾਲ ਮਨੁੱਖ ਉਹਨੂੰ ਵੀ ਹਵਾ ਲੱਗਦੀ ਹੈ। ਕਹਿਣ ਤੋਂ ਭਾਵ ਜਦੋਂ ਹਵਾ ਚੱਲਦੀ ਹੈ ਹਵਾ ਵਿਤਕਰਾ ਨਹੀਂ ਕਰਦੀ ਵੀ ਅਮੀਰ ਨੂੰ ਮੈਂ ਠੰਡਕ ਦੇਵਾਂ ਜਾਂ ਗਰੀਬ ਨੂੰ ਨਹੀਂ ਠੰਡਕ ਦੇਣੀ। ਹਵਾ ਚੱਲੇਗੀ ਇੱਕ ਸਮਾਨ ਇੱਕ ਬਰਾਬਰ, ਭਾਵੇਂ ਕੋਈ ਰਾਜਾ ਹੈ ਕੰਗਾਲ ਹੈ ਅਮੀਰ ਹੈ ਗਰੀਬ ਹੈ, ਸਭ ਨੂੰ ਠੰਡਕ ਦਿੰਦੀ ਹੈ। ਗੁਰੂ ਸਾਹਿਬ ਆਖਦੇ ਨੇ ਇਸ ਤਰ੍ਹਾਂ ਹੀ ਬ੍ਰਹਮ ਗਿਆਨੀ ਦੀ ਜੋ ਦ੍ਰਿਸ਼ਟੀ ਹੈ ਇੱਕ ਸਮਾਨ ਹੁੰਦੀ ਹੈ, ਅਮੀਰ ਹੋਵੇ ਗਰੀਬ ਹੋਵੇ ਉਹ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਵੇਖਦਾ ਹੈ ਤੇ ਸਾਰਿਆਂ ਵਿੱਚੋਂ ਉਹਨੂੰ ਪਰਿਪੂਰਨ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ ਹੈ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋ ਖੋਦੈ ਕੋ ਚੰਦਨ ਲੇਪ। ਬਸਦਾ ਤੋਂ ਭਾਵ ਹੈ ਧਰਤੀ। ਹੁਣ ਗੁਰੂ ਸਾਹਿਬ ਆਖਦੇ ਨੇ ਬ੍ਰਹਮ ਗਿਆਨੀ ਦੇ ਵਿੱਚ ਇੱਕ ਬਦਲਾਅ ਹੋਰ ਆਉਂਦਾ ਹੈ, ਭਾਵੇਂ ਕੋਈ ਨੂੰ ਭਲਾ ਕਵੇ ਬੁਰਾ ਕਹੇ, ਕੋਈ ਉਹਦੀ ਉਸਤਤੀ ਕਰੇ ਨਿੰਦਾ ਕਰੇ, ਬ੍ਰਹਮ ਗਿਆਨੀ ਮਨੁੱਖਾਂ ਦੇ ਅੰਦਰ ਇੱਕ ਤਾਰ ਹੌਸਲਾ ਕਾਇਮ ਰਹਿੰਦਾ ਹੈ, ਸਹਿਨਸ਼ੀਲਤਾ ਇੱਕਸਾਰ ਬਣੀ ਰਹਿੰਦੀ ਹੈ। ਹੁਣ ਸਤਿਗੁਰੂ ਜੀ ਨੇ ਤੁਲਨਾ ਕੀਤੀ ਧਰਤੀ ਦੇ ਨਾਲ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ, ਪਰ ਧਰਤੀ ਨੂੰ ਕੋਈ ਪਰਵਾਹ ਨਹੀਂ। ਭਾਵੇਂ ਉਹਨੂੰ ਕੋਈ ਖੋਦ ਰਿਹਾ ਹੈ, ਭਾਵੇਂ ਕੋਈ ਚੰਦਨ ਦਾ ਉਹਦੇ ਤੇ ਪੋਚਾ ਮਾਰੇ ਲੇਪ ਕਰੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਬ੍ਰਹਮ ਗਿਆਨੀ ਦਾ ਸੁਭਾਅ ਵੀ ਐਸਾ ਹੈ, ਭਾਵੇਂ ਕੋਈ ਦੀ ਨਿੰਦਾ ਕਰੇ ਉਸਤਤੀ ਕਰੇ, ਬ੍ਰਹਮ ਗਿਆਨੀ ਨੂੰ ਰੱਤਾ ਭਰ ਪ੍ਰਭਾਵ ਨਹੀਂ, ਰੱਤਾ ਭਰ ਬ੍ਰਹਮ ਗਿਆਨੀ ਤੇ ਇਹਦਾ ਕੋਈ ਅਸਰ ਨਹੀਂ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੋ ਪਾਵੋ ਕਾ ਸਹਿ ਸੁਭਾਓ। ਹੁਣ ਗੁਰੂ ਸਾਹਿਬ ਆਖਦੇ ਨੇ ਬ੍ਰਹਮ ਗਿਆਨੀ ਮਨੁੱਖਾਂ ਦਾ ਇੱਕ ਗੁਣ ਹੋਰ ਹੈ, ਇਹ ਵੀ ਉਹਨਾਂ ਵਿੱਚ ਗੁਣ ਹੈ, ਕਿਹੜਾ? ਨਾਨਕ ਜੋ ਪਾਵੋ ਕਾ ਸਹਿ ਸੁਭਾਓ। ਹੇ ਨਾਨਕ, ਜਿਵੇਂ ਅੱਗ ਦਾ ਕੁਦਰਤੀ ਸੁਭਾਅ ਹੈ, ਹਰੇਕ ਚੀਜ਼ ਨੂੰ ਹਰੇਕ ਚੀਜ਼ ਦੀ ਮੈਲ ਸਾੜ ਦਿੰਦੀ ਹੈ, ਇਹ ਅੱਗ ਦਾ ਸੁਭਾਅ ਹੈ। ਨਾਨਕ ਜਿਉ ਪਾਵੋ ਕਾ ਸਹਿ ਸੁਭਾਓ। ਇਸ ਤਰ੍ਹਾਂ ਹੀ ਬ੍ਰਹਮ ਗਿਆਨੀ ਹੈ, ਜਿਹੜਾ ਵੀ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਹੁੰਦਾ ਹੈ, ਬ੍ਰਹਮ ਗਿਆਨੀ ਜਿੱਥੇ ਆਪ ਪਰਮੇਸ਼ਰ ਦੇ ਨਾਲ ਜੁੜਿਆ ਹੁੰਦਾ ਹੈ, ਜਿੱਥੇ ਉਹਨੇ ਨਾਮ ਜਪ ਕੇ ਆਪਣਾ ਮਨ ਮਹਿਲ ਰਹਿਤ ਨਿਰਮਲ ਕੀਤਾ ਹੁੰਦਾ ਹੈ, ਉਹ ਹੋਰਨਾਂ ਨੂੰ ਵੀ ਪਰਮੇਸ਼ਰ ਨਾਲ ਜੋੜ ਕੇ ਉਹਨਾਂ ਨੂੰ ਵੀ ਮੈਲ ਰਹਿਤ ਕਰ ਦਿੰਦਾ ਹੈ। ਜੋ ਵਿਕਾਰਾਂ ਦੀ ਮੈਲ ਹੈ, ਵਿਕਾਰਾਂ ਦੀ ਮੈਲ ਤੋਂ ਛੁਟਕਾਰਾ ਦਵਾ ਦਿੰਦਾ, ਕਿਉਂਕਿ ਆਪ ਨਾਮ ਜਪ ਕੇ ਉਹਨੇ ਆਪਣਾ ਮਨ ਨਿਰਮਲ ਕੀਤਾ ਹੁੰਦਾ ਹੈ। ਤੇ ਜਿਹੜਾ ਉਹਦੀ ਸੰਗਤ ਵਿੱਚ ਆਉਂਦਾ ਹੈ ਬ੍ਰਹਮ ਗਿਆਨੀ ਦੀ, ਉਹ ਹੋਰਨਾਂ ਨੂੰ ਵੀ ਜੁਗਤੀ ਦੱਸਦਾ ਹੈ ਵੀ ਮਨ ਨੂੰ ਵਿਕਾਰਾਂ ਤੋਂ ਮੈਲ ਰਹਿਤ ਕਿਵੇਂ ਕਰਨਾ ਹੈ। ਜੋ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਮਨ ਨੂੰ, ਇਹ ਮੈਲ ਭਾਈ ਲੱਥੇਗੀ ਕਿਵੇਂ, ਇਹ ਬ੍ਰਹਮ ਗਿਆਨੀ ਜੁਗਤੀ ਦੱਸ ਦਿੰਦਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਹੁਣ ਗੁਰੂ ਸਾਹਿਬ ਆਖਦੇ ਨੇ ਬ੍ਰਹਮ ਗਿਆਨੀ ਮਨੁੱਖ ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿੰਦਾ ਹੈ, ਉਹ ਸਦਾ ਹੀ ਬਚੇ ਰਹਿੰਦੇ ਨੇ। ਜੋ ਬ੍ਰਹਮ ਗਿਆਨੀ ਨੇ ਉਹ ਨਿਰਮਲ ਹਨ, ਜੈਸੇ ਮੈਲ ਨਾ ਲਾਗੇ ਜਲਾ। ਗੁਰੂ ਸਾਹਿਬ ਨੇ ਪਾਣੀ ਦੇ ਨਾਲ ਤੁਲਨਾ ਕੀਤੀ, ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਲੱਗ ਸਕਦੀ, ਕਿਉਂਕਿ ਪਾਣੀ ਮੁੜ ਸਾਫ਼ ਕੀਤਾ ਜਾ ਸਕਦਾ ਹੈ। ਪਾਣੀ ਮੁੜ ਆਪਣੇ ਆਪ ਕੁਝ ਸਮੇਂ ਬਾਅਦ ਆਪਣੇ ਆਪ ਪਾਣੀ ਸਾਫ਼ ਹੋ ਜਾਂਦਾ ਹੈ, ਮੈਲ ਹੇਠਾਂ ਬਹਿ ਜਾਂਦੀ ਹੈ। ਪਾਣੀ ਮੈਲਾ ਨਹੀਂ ਹੁੰਦਾ, ਪਾਣੀ ਦਾ ਕੰਮ ਹੈ ਹੋਰਨਾਂ ਦੀ ਮੈਲ ਨੂੰ ਲਾਹੁਣਾ।
ਜੋ ਮੈਲੀ ਵਸਤੂਆਂ ਨੇ, ਮੈਲੀਆਂ ਚੀਜ਼ਾਂ ਨੇ, ਉਹਨਾਂ ਨੂੰ ਮੈਲ ਰਹਿਤ ਕਰਨਾ। ਇਸ ਤਰ੍ਹਾਂ ਬ੍ਰਹਮ ਗਿਆਨੀ ਆਪਣੇ ਆਪ ਪੂਰਨ ਤੋਂ ਨਿਰਮਲ ਹੁੰਦਾ ਹੈ ਤੇ ਹੋਰਨਾਂ ਨੂੰ ਵੀ ਨਾਮ ਜਪਾ ਕੇ ਉਹਨਾਂ ਨੂੰ ਵੀ ਮੈਲ ਰਹਿਤ ਕਰ ਦਿੰਦਾ ਹੈ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰ ਉੱਪਰ ਆਕਾਸ। ਬ੍ਰਹਮ ਗਿਆਨੀ ਦੇ ਮਨ ਵਿੱਚ ਇਹ ਚਾਨਣ ਹੋ ਜਾਂਦਾ ਹੈ, ਉਹਨੂੰ ਗਿਆਨ ਸੋਝੀ ਹੁੰਦੀ ਹੈ ਕਿ ਪ੍ਰਭੂ ਹਰ ਥਾਂ ਮੌਜੂਦ ਹੈ। ਜੈਸੇ ਧਰ ਉੱਪਰ ਆਕਾਸ, ਉਹਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਧਰਤੀ ਉੱਤੇ ਆਕਾਸ਼ ਸਭ ਥਾਂ ਵਿਆਪਕ ਹੈ। ਜਿੱਥੇ ਧਰਤੀ ਹੈ ਉਹਦੇ ਉੱਤੇ ਆਕਾਸ਼ ਵੀ ਹੈ। ਕਹਿਣ ਤੋਂ ਭਾਵ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਮੌਜੂਦ ਹੈ। ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਪਮਾਨ। ਬ੍ਰਹਮ ਗਿਆਨ ਨੂੰ ਸੱਜਣ ਤੇ ਵੈਰੀ ਇੱਕੋ ਜਿਹਾ ਹੈ। ਕਿਉਂ? ਉਹਦਾ ਸੁਭਾਅ ਹੀ ਐਸਾ ਬਣ ਗਿਆ, ਉਹਦੇ ਲਈ ਮਿੱਤਰ ਹੋਵੇ ਦੁਸ਼ਮਣ ਹੋਵੇ ਉਹ ਸਭਨਾਂ ਨੂੰ ਇੱਕ ਬਰਾਬਰ ਪਿਆਰ ਕਰਦਾ ਹੈ। ਬ੍ਰਹਮ ਗਿਆਨੀ ਕੈ ਨਾਹੀ ਅਪਮਾਨ, ਕਿਉਂਕਿ ਉਹਦੇ ਅੰਦਰ ਅਹੰਕਾਰ ਨਹੀਂ ਹੈ। ਉਹ ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਕ ਸੋਗ ਨਹੀਂ ਕਰਦਾ ਵੀ ਕਿਸੇ ਨੇ ਮੇਰੇ ਨਾਲ ਚੰਗਾ ਵਰਤਾਰਾ ਕੀਤਾ ਹੈ ਵੀ ਉਹਦੀ ਮੈਂ ਉਸਤਤੀ ਕਰਾਂ, ਕਿਸੇ ਨੇ ਮੈਨੂੰ ਮਾੜਾ ਆਖਿਆ ਮੈਂ ਉਹਦੀ ਨਿੰਦਾ ਕਰਾਂ। ਬ੍ਰਹਮ ਗਿਆਨੀ ਇਹਨਾਂ ਗੱਲਾਂ ਤੋਂ ਨਿਰਲੇਪ ਹੈ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਦੀ ਜੋ ਆਤਮਿਕ ਅਵਸਥਾ ਹੈ ਉਹ ਸਾਰਿਆਂ ਨਾਲੋਂ ਉੱਚੀ ਹੈ। ਉੱਚੀ ਤੇ ਸੁੱਚੀ ਅਵਸਥਾ ਦਾ ਮਾਲਕ ਹੈ ਬ੍ਰਹਮ ਗਿਆਨੀ। ਮਨ ਆਪਣੇ ਹੈ ਸਭ ਤੇ ਨੀਚਾ, ਪਰ ਆਪਣੇ ਮਨ ਵਿੱਚ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦਾ ਹੈ। ਭਾਵ ਉਹਦੇ ਵਿੱਚ ਨਿਮਰਤਾ ਹੈ, ਨਿਮਰਤਾ ਵਿੱਚ ਜੀਵਨ ਬਤੀਤ ਕਰਦਾ ਹੈ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਪਰ ਗੱਲ ਇਹ ਹੈ ਵੀ ਬ੍ਰਹਮ ਗਿਆਨੀ ਗੁਰੂ ਸਾਹਿਬ ਆਖਦੇ ਨੇ ਉਹੀ ਮਨੁੱਖ ਬਣਦੇ ਨੇ। ਬ੍ਰਹਮ ਗਿਆਨੀ ਸੇ ਜਨ ਭਏ ਕੌਣ? ਨਾਨਕ ਜਿਨ ਪ੍ਰਭ ਆਪ ਕਰੇ ਹੈ। ਨਾਨਕ ਜਿਨ੍ਹਾਂ ਨੂੰ ਪ੍ਰਭੂ ਆਪ ਬ੍ਰਹਮ ਗਿਆਨੀ ਬਣਾਉਂਦਾ ਹੈ, ਜਿਨ੍ਹਾਂ ਨੂੰ ਆਪ ਬ੍ਰਹਮ ਦਾ ਗਿਆਨ ਵਾਹਿਗੁਰੂ ਬਖਸ਼ਦਾ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਰੀਨਾ ਤੋਂ ਭਾਵ ਚਰਨਾਂ ਦੀ ਧੂੜ। ਬ੍ਰਹਮ ਗਿਆਨੀ ਸਾਰੇ ਬੰਦਿਆਂ ਦੇ ਪੈਰਾਂ ਦੀ ਖਾਕ ਹੋ ਕੇ ਰਹਿੰਦਾ ਹੈ, ਭਾਵ ਨਿਮਰਤਾ ਵਿੱਚ ਰਹਿੰਦਾ ਹੈ। ਉਹਦੇ ਵਿੱਚ ਅਹੰਕਾਰ ਨਹੀਂ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਆਤਮ ਰਸ ਤੋਂ ਭਾਵ ਹੈ ਆਤਮਾ ਦਾ ਆਨੰਦ। ਬ੍ਰਹਮ ਗਿਆਨੀ ਨੇ ਆਤਮਿਕ ਆਨੰਦ ਨੂੰ ਪਛਾਣ ਲਿਆ ਵੀ ਆਤਮਿਕ ਆਨੰਦ ਕਿਹਦੇ ਵਿੱਚ ਹੈ। ਕਿਉਂਕਿ ਅਸੀਂ ਦੁਨਿਆਵੀ ਪਦਾਰਥਾਂ ਵਿੱਚੋਂ ਆਨੰਦ ਲੱਭਦੇ ਹਾਂ। ਬ੍ਰਹਮ ਗਿਆਨ ਨੂੰ ਸਮਝ ਲੱਗਦੀ ਹੈ ਵੀ ਆਨੰਦ ਪਰਮੇਸ਼ਰ ਦੀ ਉਸਤਤੀ ਕਰਨ ਵਿੱਚ ਹੈ। ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ। ਬ੍ਰਹਮ ਗਿਆਨੀ ਦੀ ਸਭ ਉੱਤੇ ਖੁਸ਼ੀ ਰਹਿੰਦੀ ਹੈ, ਸਭ ਉੱਤੇ ਖੁਸ਼ ਰਹਿੰਦਾ ਹੈ। ਉਹਦਾ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ। ਬ੍ਰਹਮ ਗਿਆਨੀ ਹਰੇਕ ਨਾਲ ਖਿੜੇ ਮੱਥੇ ਰਹਿੰਦਾ ਹੈ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ, ਤੇ ਕੋਈ ਵੀ ਉਹ ਮੰਦਾ ਕੰਮ ਨਹੀਂ ਕਰਦਾ। ਉਹਦੇ ਅੰਦਰ ਮੰਦਾ ਖਿਆਲ ਨਹੀਂ ਹੁੰਦਾ, ਨਾ ਮੰਦਾ ਚਿਤਵਦਾ, ਨਾ ਮੰਦਾ ਵੇਖਦਾ ਤੇ ਨਾ ਮੰਦਾ ਕਰਦਾ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਹੁਣ ਗੁਰੂ ਸਾਹਿਬ ਨੇ ਇੱਥੇ ਸਾਨੂੰ ਦੇਖੋ ਇਹ ਵੀ ਸਮਝਾ ਦਿੱਤਾ ਹੈ, ਬ੍ਰਹਮ ਗਿਆਨੀ ਸਦਾ ਸਮਦਰਸੀ। ਸਮਦਰਸੀ ਤੋਂ ਭਾਵ ਸਭ ਵੱਲ ਇੱਕੋ ਜਿਹਾ ਵੇਖਣ ਵਾਲਾ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਐਸੀ ਬਣ ਜਾਂਦੀ ਹੈ, ਉਹਦਾ ਸੁਭਾਅ ਐਸਾ ਹੈ, ਬ੍ਰਹਮ ਗਿਆਨੀ ਦਾ ਸਭ ਵੱਲ ਇੱਕੋ ਨਜ਼ਰ ਨਾਲ ਤੱਕਦਾ ਹੈ, ਹਰੇਕ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ। ਉਸ ਦੀ ਨਜ਼ਰ ਤੋਂ ਸਭ ਉੱਤੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਉਹ ਜਿੱਧਰ ਵੀ ਵੇਖਦਾ ਹੈ ਉਹਦੀ ਨਜ਼ਰ ਤੋਂ ਅੰਮ੍ਰਿਤ ਵਰਸਦਾ ਹੈ। ਕਹਿਣ ਤੋਂ ਭਾਵ ਆਪ ਅੰਮ੍ਰਿਤਮਈ ਬਾਣੀ ਦਾ ਜਾਪ ਕਰਕੇ, ਵਾਹਿਗੁਰੂ ਦੀ ਇਬਾਦਤ ਕਰਕੇ ਜਿੱਥੇ ਆਤਮਿਕ ਰਸ ਆਤਮਿਕ ਆਨੰਦ ਨੂੰ ਮਾਣਦਾ ਹੈ, ਉੱਥੇ ਉਹ ਜਿੱਧਰ ਵੀ ਵੇਖਦਾ ਹੈ ਉਹਦਾ ਜਿਹੜਾ ਵੇਖਣਾ ਹੈ ਮਨ ਨੂੰ ਦੂਜਿਆਂ ਉੱਤੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਕਹਿਣ ਤੋਂ ਭਾਵ ਜੋ ਆਨੰਦ ਉਹ ਆਪ ਲੈਂਦਾ ਹੈ ਨਾਮ ਜਪ ਕੇ, ਉਹਦੇ ਕੋਲ ਜੁਗਤੀ ਹੈ, ਹੋਰਨਾਂ ਨੂੰ ਵੀ ਜੁਗਤੀ ਦੱਸ ਕੇ ਉਹਨਾਂ ਨੂੰ ਵੀ ਆਤਮਿਕ ਆਨੰਦ ਕੀ ਹੈ, ਇਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਇਹ ਜੁਗਤੀ ਬ੍ਰਹਮ ਗਿਆਨੀ ਦੱਸਦਾ ਹੈ। ਉਸ ਦੀ ਨਜ਼ਰ ਤੋਂ ਸਭ ਉੱਤੇ ਭਾਈ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ।
ब्रह्म ज्ञानी बंधन ते मुक्ता, ब्रह्म ज्ञानी की निर्मल जुगता। ब्रह्म ज्ञानी माया के बंधनों तो आजाद है। माया का मोह माया का उहदे ते कोई असर नहीं। ब्रह्म ज्ञानी की निर्मल जुगता, जुगता तो भाव है जुगती तरीका मर्यादा जिंदगी गुजारन दा, अते उसदी जीवन जुगती विकारां तो रहत है। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। गुरु साहब आखदे ने रब्बी ज्ञान ब्रह्म ज्ञानी की खुराक है। रब्बी ज्ञान भाव ब्रह्म ज्ञानी की आत्मक जिंदगी का आसरा परमेश्वर का नाम है। वह परमेश्वर के नाम के सहारे जीवन व्यतीत करता है, यही उसकी आत्मा की खुराक है। नानक ब्रह्म ज्ञानी का ब्रह्म ध्यान। हे नानक ब्रह्म ज्ञानी की सुरत अकाल पुरख नाल जुड़ी रहती है, हर वक्त प्रभु चरणां दा ध्यान धरदा है। ब्रह्म ज्ञानी एक ऊपर आस, ब्रह्म ज्ञानी का नहीं विनाश। ब्रह्म ज्ञानी एक अकाल पुरख उत्ते आस रखदा है, उम्मीद रखदा है, इको अकाल पुरख वाहिगुरू ते। ब्रह्म ज्ञानी का नहीं विनाश। ब्रह्म ज्ञानी की उच्ची जो आत्मक अवस्था बनी कदे भी खत्म नहीं होती, कदे नाश नहीं होती। जो आत्मक आनंद का बन गया वो दिनों दिन वधदा जांदा है, उहदे विच कोई कमी नहीं होती। ब्रह्म ज्ञानी के गरीबी समाहा, ब्रह्म ज्ञानी परोपकार उमाहा। ब्रह्म ज्ञानी के हिरदे विच गरीबी टिकी रहिंदी है, भाव निम्रता उहदे अंदर घर कर जाती है। जो ब्रह्म ज्ञानी है वो निम्रता विच जीवन व्यतीत करता है। निम्रता उहदा कह सकते हैं जीवन का एक अभिन्न अंग बन जाता है। ब्रह्म ज्ञानी परोपकार उमाहा अते दूजियां दी भलाई करन दा सदा चाओ उन्होंने चढ़िया रहता है। उहदा सुभाव बन जाता है, परोपकारी जीवन बन जाता है कि दूजियां दा भला करना है। ब्रह्म ज्ञानी कह नाही धंधा, ब्रह्म ज्ञानी ले धावत बंदा। ब्रह्म ज्ञानी दे मन विच माया दा जंजाल नहीं व्यापदा। गल समझण वाली है। ब्रह्म ज्ञानी दे मन विच माया दा जंजाल नहीं व्यापदा। कहण तो भाव जो संसारक मोह माया है, जिन्हें सारे संसार नूं सारे जीवन अपनी गिरफ्त च लिया होया, सारे उत्ते इस संसारक माया का प्रभाव है, पर ब्रह्म ज्ञानी ते दा रत्ता पर प्रभाव नहीं पैंदा। ब्रह्म ज्ञानी ले धावत बंदा, क्योंकि वह भटकदे मन नूं काबू करके माया वालों रोक लैंदा है, मन नूं काबू कर लैंदा है। ब्रह्म ज्ञानी कह होए सो भला, ब्रह्म ज्ञानी सफल फला। गुरु साहब आखदे जो कुछ प्रभु वालों हुंदा है, ब्रह्म ज्ञानी अपने मन विच भला प्रतीत हुंदा है। कहण तो भाव वाहिगुरू दी रजा विच रहना ब्रह्म ज्ञानी नूं हुंदा है। ओह गिला शिकवा नहीं करदा परमात्मा दे नाल। ब्रह्म ज्ञानी सफल फला, इस तरह उसका मनुखा जन्म चंगी तरह फलदायक। कहण तो भाव अपने मनुखा जन्म नूं कामयाब कर लैंदा है, ओदा संसार ते आया सफल हो जाता है। ब्रह्म ज्ञानी संग सगल उधार, नानक ब्रह्म ज्ञानी जपै सगल संसार। ब्रह्म ज्ञानी की संगत विच सब दा बेड़ा पार हुंदा है। ब्रह्म ज्ञानी संग सगल उधार, क्योंकि वह अपना जिथे पार उतारा करदा है, उत्थे जो ब्रह्म ज्ञानी की संगत करदा है उन्हां दा भी वह पार उतारा करवा दिंदा है। क्योंकि हे नानक ब्रह्म ज्ञानी दे राही सारा जगत ही प्रभु का नाम जपण लग पैंदा है। नानक ब्रह्म ज्ञानी जपै सगल संसार, जिथे आप नाम जपदा है उथे भाई होरनां नूं भी नाम जपण वास्ते प्रेरदा है। ब्रह्म ज्ञानी दी जो भी संगत करदा है, जिथे ब्रह्म ज्ञानी आप नाम जपदा है, संगत करन वाले ब्रह्म ज्ञानी वो भी भाई परिपूर्ण परमात्मा की इबादत करन लग पैंदे ने। सो गुरु साहब ने इस अष्टपदी विच आपां 8वीं अष्टपदी के पहले 4 बंद विचारे ने। इस पूरी अष्टपदी में सतगुरु जी ने ब्रह्म ज्ञानी की जो परिभाषा है, जो ब्रह्म ज्ञानी के गुण हैं, ओदा जीवन ओदे तो सतगुरु ने सानू जाणू करवाया है। ओदा सुभाव कैसा है, ब्रह्म ज्ञानी की वेखणी कैसी है, ब्रह्म ज्ञानी के काम कैसे हैं, वो किवें संसार ते जीवन जिउंदा है।
ਇਹ ਸਭ ਗੱਲਾਂ ਸਤਿਗੁਰੂ ਨੇ ਸਾਡੇ ਸਾਹਮਣੇ ਰੱਖੀਆਂ ਨੇ ਜੋ ਸ਼ੁਭ ਗੁਣ ਬ੍ਰਹਮ ਗਿਆਨੀ ਵਿੱਚ ਹਨ। ਸੋ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰੀਏ। ਅਖੀਰਲੇ 4 ਬੰਦ ਆਪਾਂ ਕੱਲ ਵਿਚਾਰਾਂਗੇ। ਵਾਹਿਗੁਰੂ ਅੱਗੇ ਅਰਦਾਸ ਕਰੀਏ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ ਭੁਲਾ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।